ਸਮੇਧ ਸੈਣੀ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਗੱਲ ਅਦਾਲਤ ਦੀ ਕੀਤੀ ਜਾਵੇ, ਹਾਈ ਕੋਰਟ ਦੀ ਕੀਤੀ ਜਾਵੇ ਤਾਂ ਹਾਈ ਕੋਰਟ ਤੋਂ ਫਿਲਹਾਲ ਸਮੇਧ ਸੈਣੀ ਨੂੰ ਕੋਈ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤੇ ਇਸ ਕਰਕੇ ਹੁਣ ਇਹੀ ਕਿਹਾ ਜਾ ਸਕਦਾ ਕਿ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਮੇਧ ਸੈਣੀ ਦੀਆਂ ਵਧਣਗੀਆਂ। ਕੱਲ ਹੀ ਵਿਜੀਲੈਂਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ। ਕੱਲ ਹੀ ਸਮੇਧ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸੇ ਬੈਰਕ ਦੇ ਵਿੱਚ ਰੱਖਿਆ ਗਿਆ। ਬੈਰਕ ਦੇ ਵਿੱਚ ਹੀ ਸਮੇਧ ਸੈਣੀ ਨੂੰ ਰਾਤ ਕੱਟਣੀ ਪਈ ਤੇ ਫਿਰ ਵਿਜੀਲੈਂਸ ਦੀ ਪੂਰੀ ਟੀਮ ਵਿਜੀਲੈਂਸ ਦੇ ਦਫ਼ਤਰ ਤੋਂ ਸਮੇਧ ਸੈਣੀ ਨੂੰ ਲੈ ਕੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਮੋਹਾਲੀ ਦੀ ਅਦਾਲਤ ਦੇ ਵਿੱਚ ਪਹੁੰਚਦੀ ਹੈ। ਉਹ ਐਕਸਕਲੂਸਿਵ ਤਸਵੀਰਾਂ ਵੀ ਅਸੀਂ ਤੁਹਾਨੂੰ ਲਾਈਵ ਵਿਖਾ ਰਹੇ ਹਾਂ ਕਿ ਕਿਵੇਂ ਇੱਕ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਤੇ ਪੂਰੀ ਵਿਜੀਲੈਂਸ ਦੀ ਟੀਮ ਦੇ ਨਾਲ ਸਮੇਧ ਸੈਣੀ ਨੂੰ ਮੋਹਾਲੀ ਦੀ ਅਦਾਲਤ ਤੱਕ ਲਿਜਾਇਆ ਜਾਂਦਾ। ਉਸ ਵੇਲੇ ਦੀਆਂ ਸੁਪਰ ਐਕਸਕਲੂਸਿਵ ਤਸਵੀਰਾਂ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਸੋ ਅੱਜ ਦੀਆਂ ਤਸਵੀਰਾਂ ਬਹੁਤ ਅਹਿਮ ਨੇ। ਗੱਲ ਕੱਲੀ ਚੰਡੀਗੜ੍ਹ ਸਥਿਤ ਕੋਠੀ ਦੀ ਨਹੀਂ, ਹੋਰ ਵੀ ਬਹੁਤ ਮਾਮਲਿਆਂ ਦੇ ਵਿੱਚ ਵਿਵਾਦਾਂ ਦੇ ਵਿੱਚ ਰਹੇ ਨੇ, ਚਾਹੇ ਬੇਅਦਬੀ ਦਾ ਮੁੱਦਾ ਹੋਵੇ, ਚਾਹੇ ਮੁਲਤਾਨੀ ਕੇਸ ਹੋਵੇ ਤੇ ਇਸ ਨੂੰ ਲੈ ਕੇ ਸਮੇਧ ਸੈਣੀ ਲਗਾਤਾਰ ਵਿਵਾਦਾਂ ਦੇ ਵਿੱਚ ਨੇ। ਪਰ ਜਿਹੜਾ ਇਹ ਪੂਰਾ ਮਾਮਲਾ ਹੈ ਚੰਡੀਗੜ੍ਹ ਸਥਿਤ ਕੋਠੀ ਦਾ, ਇਸੇ ਮਾਮਲੇ ਦੇ ਵਿੱਚ ਸਮੇਧ ਸੈਣੀ ਦੀ ਕੱਲ ਗ੍ਰਿਫਤਾਰੀ ਹੋਈ ਸੀ। ਵਿਜੀਲੈਂਸ ਦੇ ਵੱਲੋਂ ਕੱਲ ਗ੍ਰਿਫਤਾਰ ਕੀਤਾ ਗਿਆ ਸੀਗਾ ਸਮੇਧ ਸੈਣੀ ਨੂੰ ਤੇ ਬੈਰਕ ਦੇ ਵਿੱਚ ਪੂਰੀ ਰਾਤ ਰੱਖਿਆ ਗਿਆ ਤੇ ਅੱਜ ਵਿਜੀਲੈਂਸ ਦੀ ਟੀਮ ਸਮੇਧ ਸੈਣੀ ਨੂੰ, ਜਿਹੜੇ ਸਾਬਕਾ ਡੀਜੀਪੀ ਨੇ ਸਮੇਧ ਸੈਣੀ, ਪਿਛਲੇ ਕਈ ਮਹੀਨਿਆਂ ਤੋਂ ਵਿਜੀਲੈਂਸ ਨੂੰ ਜਿਸ ਦੀ ਤਲਾਸ਼ ਸੀ, ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਸਮੇਧ ਸੈਣੀ ਵਿਜੀਲੈਂਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕਾ ਹੈ। ਅੱਜ ਮੋਹਾਲੀ ਦੀ ਅਦਾਲਤ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਸਮੇਧ ਸੈਣੀ ਨੂੰ ਪੇਸ਼ ਕੀਤਾ ਜਾ ਰਿਹਾ। ਜਿਵੇਂ ਵੀ ਕੋਈ ਅਪਡੇਟ ਆਉਂਦਾ ਹੈ, ਆਖਿਰਕਾਰ ਕਿੰਨਾ ਰਿਮਾਂਡ ਮਿਲਦਾ ਹੈ, ਕਿੰਨੀ ਕਿ ਇਹ ਜਿਹੜੀ ਅੱਜ ਦੀ ਪੇਸ਼ੀ ਹੈ ਅਹਿਮ ਰਹਿੰਦੀ ਹੈ, ਹਰ ਤਰ੍ਹਾਂ ਦੀ ਅਪਡੇਟ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਲਗਾਤਾਰ ਸਾਡੀ ਪੂਰੀ ਟੀਮ ਗਰਾਊਂਡ ਜ਼ੀਰੋ ਤੇ ਬਣੀ ਹੋਈ ਹੈ। ਉਮੇਸ਼ ਸ਼ਰਮਾ ਲਗਾਤਾਰ ਪਲ ਪਲ ਦੀ ਅਪਡੇਟ ਦੇ ਰਹੇ ਨੇ। ਇਸ ਤੋਂ ਇਲਾਵਾ ਮਨੋਜ ਰਾਠੀ ਲਗਾਤਾਰ ਹਰ ਤਰ੍ਹਾਂ ਦੀ ਤਸਵੀਰ, ਹਰ ਤਰ੍ਹਾਂ ਦੀ ਅਪਡੇਟ ਸਾਡੇ ਦਰਸ਼ਕਾਂ ਤੱਕ ਪਹੁੰਚਾ ਰਹੇ ਨੇ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ। ਉਮੇਸ਼, ਅੱਜ ਦੀ ਇਸ ਪੇਸ਼ੀ ਨੂੰ, ਸੁਣਵਾਈ ਨੂੰ ਕਿੰਨਾ ਕਹਿ ਮੰਨਿਆ ਜਾਵੇ? ਫਿਲਹਾਲ ਪੇਸ਼ੀ ਹੋ ਰਹੀ ਹੈ ਸਮੇਧ ਸੈਣੀ ਦੀ ਮੋਹਾਲੀ ਦੀ ਅਦਾਲਤ ਦੇ ਵਿੱਚ। ਬਿਲਕੁਲ ਪਰਮਿੰਦਰ, ਸਮੇਧ ਸਿੰਘ ਸੈਣੀ ਨੂੰ ਵਿਜੀਲੈਂਸ ਭਵਨ ਤੋਂ ਮੋਹਾਲੀ ਅਦਾਲਤ ਵਿੱਚ ਲਿਜਾਇਆ ਜਾ ਚੁੱਕਾ ਹੈ। ਕਾਫਲਾ ਪਹੁੰਚਣ ਵਾਲਾ ਹੀ ਹੋਣਾ। ਸਫੇਦ ਕੁਰਤੇ ਪਜਾਮੇ ਵਿੱਚ ਸਮੇਧ ਸਿੰਘ ਸੈਣੀ, ਰੁਮਾਲ ਬੰਨਿਆ ਹੋਇਆ, ਚੱਪਲਾਂ ਪਾਈ ਹੋਈਆਂ, ਉਹ ਸ਼ਖਸ ਸੁਪਰ ਕੌਪ ਪੰਜਾਬ ਦਾ ਸਾਬਕਾ ਡੀਜੀਪੀ ਉਸ ਭਵਨ ਚੋਂ ਅੱਜ ਅਦਾਲਤ ਵਿੱਚ ਚਿਹਰਾ, ਜਿਸ ਭਵਨ ਚੋਂ ਦਾ ਰਾਹ ਚੱਲਦਾ ਸੀ। ਵੱਖਰਾ ਹੀ ਇੱਕ ਕਹਿ ਲੋ ਤਸਵੀਰ ਸੀਗੀ, ਇੱਕ ਵੱਖਰੀ ਤਸਵੀਰ ਸੀਗੀ। ਕਾਨੂੰਨ ਆਪਣੇ ਹਿਸਾਬ ਨਾਲ ਚੱਲ ਰਿਹਾ, ਕੋਰਟ ਦੀ ਸੁਣਵਾਈਆਂ ਚੱਲ ਰਹੀਆਂ ਨੇ, ਕੀ ਹੋਏਗਾ ਕੀ ਨਹੀਂ। ਲੇਕਿਨ ਜਿਹੜੀ ਅੱਜ ਦੀ ਤਸਵੀਰ ਹੈ, ਹੁਣ ਦੀ ਤਸਵੀਰ ਇਹ ਹੈ, ਸਾਬਕਾ ਡੀਜੀਪੀ ਸਮੇਧ ਸਿੰਘ ਸੈਣੀ ਮੋਹਾਲੀ ਅਦਾਲਤ ਵਿੱਚ ਵਿਜੀਲੈਂਸ ਲੈ ਕੇ ਗਈ ਹੈ। ਕਾਫਲਾ ਪਹੁੰਚਣ ਵਾਲਾ ਹੋਣਾ। ਕੋਰਟ ਕੀ ਕਹਿੰਦੀ ਹੈ, ਕਿ ਵਿਜੀਲੈਂਸ ਰਿਮਾਂਡ ਮੰਗੇਗੀ, ਕਿੰਨੇ ਦਿਨ ਦਾ ਹੈ, ਉਹ ਵੀ ਜਲਦੀ ਅਪਡੇਟ ਕਰਾਂਗੇ ਜੀ। ਠੀਕ ਹੈ ਉਮੇਸ਼, ਜੇਕਰ ਸ਼ੁਰੂਆਤੀ ਜਾਂਚ ਦੀ ਗੱਲ ਕੀਤੀ ਜਾਵੇ, ਜਿਵੇਂ ਕਿ ਮਨੋਜ ਰਾਠੀ ਵੀ ਦੱਸ ਰਹੇ ਸਨ ਕਿ ਇੱਕ ਲੰਬੀ ਸੂਚੀ ਹੈ ਸਵਾਲਾਂ ਦੀ, ਬਹੁਤ ਸਾਰੇ ਸਵਾਲ ਵਿਜੀਲੈਂਸ ਦੇ ਵੱਲੋਂ ਜਦੋਂ ਦਫ਼ਤਰ ਦੇ ਵਿੱਚ ਸਨ ਸਮੇਧ ਸੈਣੀ ਉਸ ਵੇਲੇ ਵੀ ਕੀਤੇ ਗਏ। ਹਾਲਾਂਕਿ ਬਹੁਤ ਸਾਰੇ ਸਵਾਲਾਂ ਦਾ ਜਵਾਬ ਸਮੇਧ ਸੈਣੀ ਵੱਲੋਂ ਨਹੀਂ ਦਿੱਤਾ ਗਿਆ। ਇੱਕ ਤਾਂ ਇਹ ਮੰਨਿਆ ਜਾਵੇ ਕਿ ਜਿਹੜਾ ਚੰਡੀਗੜ੍ਹ ਸਥਿਤ ਕੋਠੀ ਦਾ ਵਿਵਾਦ ਹੈ, ਉਸੇ ਹੀ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਉਸੇ ਮਾਮਲੇ ਦੇ ਵਿੱਚ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਤੇ ਦੂਜਾ ਇਹ ਵੀ ਸਵਾਲ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਕੁਝ ਨਿਕਲ ਕੇ ਸਾਹਮਣੇ ਆਇਆ ਹੈ, ਸਮੇਧ ਸੈਣੀ ਦੇ ਵੱਲੋਂ ਕਿਸੇ ਮਾਮਲੇ ਦੇ ਵਿੱਚ ਕਿਸੇ ਸਵਾਲ ਦੇ ਵਿੱਚ ਕੋਈ ਜਵਾਬ ਦਿੱਤਾ ਗਿਆ। ਰਵਿੰਦਰ ਦੇਖੋ, ਜਿਹੜੀ FIR ਨੰਬਰ 11 ਹੈ, ਸਾਫ਼ ਹੋ ਚੁੱਕਿਆ ਸੀ। ਅਸੀਂ ਰਾਤ ਹੀ ਦੱਸਤਾ ਸੀ ਕਿ FIR ਨੰਬਰ 11 ਵਿੱਚ ਅਰੈਸਟ ਕੀਤਾ ਗਿਆ ਹੈ ਔਰ ਉਹ FIR ਵਿੱਚ ਪਹਿਲਾਂ ਸਮੇਧ ਸਿੰਘ ਸੈਣੀ ਅਕਿਊਜ਼ ਨਹੀਂ ਸੀਗੇ, ਕਿਉਂਕਿ ਜਿਸ ਬੰਦਿਆਂ ਤੇ ਉਹ FIR ਸੀਗੀ ਉਹਨਾਂ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਕੱਲ ਉਹ ਜਦੋਂ ਪਹੁੰਚੇ ਆਪਣੀ ਦੂਜੀ FIR ਵਿੱਚ ਜਾਂਚ ਸ਼ਾਮਿਲ ਹੋਣ ਤਾਂ FIR ਨੰਬਰ 11 ਵਿੱਚ ਅਰੈਸਟ ਕੀਤਾ ਗਿਆ। ਔਰ ਇਹੀ ਹਾਈ ਕੋਰਟ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਹੈ, ਹਾਈ ਕੋਰਟ ਵਿੱਚ ਕੋਰਟ ਨੇ ਪੁੱਛਿਆ ਕਿ ਤੁਸੀਂ ਕਿਹੜੀ FIR 'ਚ ਅਰੈਸਟ ਕੀਤਾ ਹੈ, ਤਾਂ ਉਹਨਾਂ ਨੇ ਦੱਸਿਆ, ਪਬਲਿਕ ਪ੍ਰੋਸੀਕਿਊਟਰ ਨੇ ਪਹਿਲਾਂ ਦੱਸਿਆ ਮੈਂ ਵੈਰੀਫਾਈ ਕਰਦਿਆ, ਫਿਰ ਦੱਸਿਆ 11 ਨੰਬਰ FIR ਹੈ। ਹੁਣ ਜਦੋਂ ਰਿਮਾਂਡ ਮੰਗਿਆ ਜਾਏਗਾ, ਵਿਜੀਲੈਂਸ ਵੱਲੋਂ ਕੁਝ ਡਾਕੂਮੈਂਟ ਦਿੱਤੇ ਜਾਣਗੇ, ਕੁਝ ਵਕੀਲ ਹੈ ਜਿਹੜੇ ਸਰਕਾਰੀ ਵਕੀਲ ਉਹ ਕਹਿਣਗੇ ਜੀ ਸਾਨੂੰ ਇਹ ਚੀਜ਼ਾਂ ਪੁੱਛਣੀਆਂ, ਇਹਦੇ ਲਈ ਰਿਮਾਂਡ ਦੀ ਲੋੜ ਹੈ। ਉਹ ਵਿਜੀਲੈਂਸ ਟੀਮ ਜਿਹੜੀ ਹੈਗੀ ਹੈ ਮੋਹਾਲੀ ਕੋਰਟ ਵਿੱਚ ਆਪਣਾ ਪੱਖ ਰੱਖੇਗੀ, ਹਾਈ ਕੋਰਟ ਵਿੱਚ ਜਿਹੜੇ ਦੂਜੇ ਵਕੀਲ ਨੇ ਉਹ ਆਪਣਾ ਪੱਖ ਰੱਖਣਗੇ। ਕੁੱਲ ਮਿਲਾ ਕੇ ਦੇਖਣਾ ਹੈ ਕਿਉਂਕਿ ਕੋਰਟ ਦਾ ਦਿਨ ਵੀ ਕਾਫੀ ਅਹਿਮ ਹੈ, ਕਿੰਨੇ ਦਿਨ ਦਾ ਰਿਮਾਂਡ ਦਿੰਦੀ ਹੈ ਔਰ ਹਾਈ ਕੋਰਟ ਵੱਲੋਂ ਕੀ ਆਉਂਦਾ ਹੈ, ਜਿਹੜਾ ਸਾਰਾ ਕੁਝ ਹੋਏਗਾ। ਲੇਕਿਨ ਇਹਨਾਂ ਜ਼ਰੂਰ ਹੈ ਜਿਹੜਾ ਕੋਠੀ ਵਾਲਾ ਵਿਵਾਦ ਹੈ ਉਹ FIR ਨੰਬਰ 11 ਵਿੱਚ ਹੀ ਸਮੇਧ ਸਿੰਘ ਸੈਣੀ ਨੂੰ ਅਰੈਸਟ ਕੀਤਾ ਗਿਆ। ਉਮੇਸ਼, ਜਿਵੇਂ ਕਿ ਤੁਸੀਂ ਵੀ ਦੱਸ ਰਹੇ ਹੋ, ਅੱਜ ਦੀਆਂ ਤਸਵੀਰਾਂ ਬਹੁਤ ਅਹਿਮ ਨੇ। ਵਿਜੀਲੈਂਸ ਵਿਭਾਗ, ਵਿਜੀਲੈਂਸ ਦਫ਼ਤਰ, ਜਦੋਂ ਸਮੇਧ ਸੈਣੀ ਡੀਜੀਪੀ ਹੁੰਦੇ ਸਨ ਤਾਂ ਇਸੇ ਹੀ ਦਫ਼ਤਰ ਦੇ ਵਿੱਚ ਇਹਨਾਂ ਹੀ ਅਧਿਕਾਰੀਆਂ ਤੇ ਪੂਰਾ ਸਿੱਕਾ ਚੱਲਦਾ ਸੀਗਾ ਸਮੇਧ ਸੈਣੀ ਦਾ। ਪਰ ਅੱਜ ਜਦੋਂ ਉਸ ਹੀ ਬੈਰਕ ਦੇ ਵਿੱਚ ਉਹਨਾਂ ਨੂੰ ਪੂਰੀ ਰਾਤ ਕੱਟਣੀ ਪਈ ਕੁੜਤੇ ਪਜਾਮੇ ਦੇ ਵਿੱਚ, ਅੱਜ ਉਹ ਮੋਹਾਲੀ ਦੀ ਅਦਾਲਤ ਦੇ ਵਿੱਚ ਪਹੁੰਚੇ ਨੇ ਤੇ ਤਸਵੀਰਾਂ ਹੋਰ ਵੀ ਅੱਜ ਦੀਆਂ ਇਹ ਅਹਿਮ ਹੋ ਜਾਂਦੀਆਂ ਨੇ। ਬਿਲਕੁਲ ਪਰਮਿੰਦਰ, ਔਰ ਪਿਛਲੇ ਕਾਫੀ ਦਿਨਾਂ ਤੋਂ ਵਿਜੀਲੈਂਸ ਦੀ ਰੇਡ ਵੀ ਚੱਲਦੀ ਸੀ ਕਰ ਲਗਾਤਾਰ ਰਾਜਨੀਤਿਕ ਤੌਰ ਤੇ ਵੀ ਜਿਹੜੇ ਵਿਰੋਧੀ ਧਿਰਾਂ ਨੇ ਨਿਸ਼ਾਨੇ ਸਾਧਿਆ ਵੀ। ਕਾਂਗਰਸ ਵੀ ਖੁਦ ਖੁੱਲ ਕੇ ਕਹਿੰਦੀ ਸੀ, ਚਾਹੇ ਨਵਜੋਤ ਸਿੱਧੂ ਹੋਰੀ ਹੋਣ, ਸੁਖਜਿੰਦਰ ਰੰਧਾਵਾ ਹੋਣ, ਹੋਰ ਵੀ ਖੁੱਲ ਕੇ ਕਹਿੰਦੇ ਸੀਗੇ ਅਸੀਂ ਜਨਤਾ ਨੂੰ ਜਵਾਬ ਦੇਣਾ ਹੈ,
ਔਰ ਇਹ ਜਿਹੜੇ ਬੇਅਦਬੀ ਦੇ ਕਾਂਡ ਦੇ ਦੋਸ਼ੀ ਨੇ ਇਹਨਾਂ ਨੂੰ ਕਦੋਂ ਸਲਾਖਾਂ ਦੇ ਪਿੱਛੇ ਜਾਣਗੇ। ਸੈਣੀ ਵੀ ਇੱਕ ਵੱਡਾ ਨਾਮ ਸੀਗਾ ਔਰ ਉਸੇ ਚੱਕਰ 'ਚ ਇਹ ਸੀਗਾ ਕਿ ਵਿਜੀਲੈਂਸ ਨੇ FIR ਦਰਜ ਕੀਤੀ, ਲਗਾਤਾਰ ਮਾਮਲਿਆਂ ਵਿੱਚ ਰਾਹਤ ਮਿਲਦੀ ਰਹੀ ਸੈਣੀ ਨੂੰ ਹਾਈ ਕੋਰਟ ਤੋਂ। ਲੇਕਿਨ ਹੁਣ ਸ਼ਿਕੰਜਾ ਕੱਸਿਆ ਗਿਆ। ਭਵਨ ਤੋਂ ਬਾਹਰ ਆਉਂਦੀ ਤਸਵੀਰਾਂ ਮੈਂ ਖੁਦ ਦੇਖੀਆਂ, ਸਫੇਦ ਕੁੜਤੇ ਪਜਾਮੇ ਵਿੱਚ ਚਿੱਟਾ ਰੁਮਾਲ ਬੰਦੇ ਹੋਏ ਸੈਣੀ ਬਾਹਰ ਆ ਰਹੇ ਸੀਗੇ। ਪਿਛਲੇ ਜਿਹੜਾ ਗੇਟ ਹੈ ਉਸ ਤੋਂ ਗੱਡੀ ਵਿੱਚ ਬਿਠਾ ਕੇ ਫਿਰ ਸਾਹਮਣੇ ਵਾਲੇ ਗੇਟ ਤੋਂ ਗੱਡੀਆਂ ਦਾ ਕਾਫਲਾ ਗਿਆ। ਮੋਹਾਲੀ ਕੋਰਟ ਵਿੱਚ ਪਹੁੰਚਣਗੇ। ਸਿੱਕਾ ਚੱਲਦਾ ਸੀ ਬਿਲਕੁਲ, ਲੇਕਿਨ ਟਾਈਮ ਦੀ ਗੱਲ ਹੈ, ਟਾਈਮ ਬਦਲਦਾ ਵੀ ਹੈ। ਟਾਈਮ ਬਦਲਦਾ, ਇੱਕੋ ਜਿਹਾ ਟਾਈਮ ਨਹੀਂ ਰਹਿੰਦਾ। ਕਦੇ ਨਾ ਕਦੇ ਤੁਹਾਨੂੰ ਰਿਟਾਇਰ ਹੋਣਾ ਪੈਂਦਾ, ਕਦੇ ਨਾ ਕਦੇ ਤੁਹਾਨੂੰ ਆਪਣੇ ਜਿਹੜੇ ਕਹਿੰਦੇ ਨੇ ਕਿ ਜਿਹੜਾ ਤੁਸੀਂ ਆਪਣੇ ਪੂਰੇ ਜੀਵਨ 'ਚ ਜਿਹੜੀ ਵੀ ਤੁਸੀਂ ਫਾਈਲਾਂ ਸਾਈਨ ਕਰਦੇ ਹੋ, ਜਿਹੜਾ ਵੀ ਤੁਸੀਂ ਕੋਈ ਕੰਮ ਕਰਦੇ ਹੋ, ਉਹ ਕਦੇ ਨਾ ਕਦੇ ਉਹ ਵਿਰੋਧੀ ਧਿਰਾਂ ਹਮੇਸ਼ਾ ਰਹਿੰਦੀਆਂ ਨੇ। ਕਾਨੂੰਨ ਦਾ ਆਪਣਾ ਪੱਖ ਹੈ ਕੁੱਲ ਮਿਲਾ ਕੇ। ਆਪਾਂ ਇਹ ਕਹਿ ਸਕਦੇ ਹਾਂ ਕਿ ਕਾਨੂੰਨ ਆਪਣਾ ਕੰਮ ਕਰੇਗੀ, ਵਕੀਲ ਕੋਰਟ ਆਪਣਾ ਕੰਮ ਕਰੇਗੀ। ਜੋ ਵੀ ਕੁਝ ਨਿਕਲ ਕੇ ਆਉਂਦਾ ਸਾਡਾ ਕੰਮ ਹੈ ਜਨਤਾ ਤੱਕ ਪਹੁੰਚਾਉਣਾ, ਜਨਤਾ ਤੱਕ ਰੱਖਣਾ। ਜੀ ਉਮੇਸ਼, ਜੇਕਰ ਤੁਸੀਂ ਬਿਲਕੁਲ ਨਜ਼ਦੀਕ ਤੋਂ ਵੇਖਿਆ ਹੋਵੇ ਸਮੇਤ ਸੈਣੀ ਨੂੰ ਜਦੋਂ ਮੋਹਾਲੀ ਦੀ ਅਦਾਲਤ ਦੇ ਵਿੱਚ ਲਿਜਾਇਆ ਗਿਆ ਜਾਂ ਜਦੋਂ ਦਫ਼ਤਰ ਤੋਂ ਬਾਹਰ ਲੈ ਕੇ ਪੂਰੀ ਟੀਮ ਪਹੁੰਚਦੀ ਹੈ, ਕਿਸ ਤਰ੍ਹਾਂ ਦੀ ਬਾਡੀ ਲੈਂਗੁਏਜ ਸੀ, ਕਿਸ ਤਰ੍ਹਾਂ ਦੇ ਫੇਸ ਐਕਸਪ੍ਰੈਸ਼ਨ ਸਨ? ਕਿਉਂਕਿ ਆਪਣੇ ਆਪ ਦੇ ਵਿੱਚ ਜਿਹੜੀ ਬਾਡੀ ਲੈਂਗੁਏਜ ਹੈ ਉਹ ਵੀ ਬਹੁਤ ਕੁਝ ਬਿਆਨ ਕਰਦੀ। ਕਿਸੇ ਤਰ੍ਹਾਂ ਦਾ ਕੋਈ ਪਛਤਾਵਾ, ਕਿਸੇ ਤਰ੍ਹਾਂ ਦਾ ਕੋਈ ਰੰਜ ਕੋਈ ਨਜ਼ਰ ਆਉਂਦਾ ਹੋਵੇ? ਦੇਖੋ, ਸੁਮੇਧ ਸਿੰਘ ਸੈਣੀ ਦੀ ਚਾਲ ਵਿੱਚ ਜਿੱਦਾਂ ਫਲੋ ਚੱਲ ਰਹੇ ਸੀਗੇ, ਅੱਗੇ ਪਿੱਛੇ ਭਾਰੀ ਸੁਰੱਖਿਆ ਸੀਗੀ, ਲਗਾਤਾਰ ਵਿਜੀਲੈਂਸ ਦੇ ਜਿਹੜੇ ਸਾਰੇ ਅਧਿਕਾਰੀ ਉਹ ਮੌਜੂਦ ਸੀਗੇ, ਸਲੋ ਚੱਲ ਰਹੇ ਸੀਗੇ। ਸੀੜੀਆਂ ਤੋਂ ਉਤਰਦੇ ਹੌਲੀ ਸੀੜੀਆਂ ਤੋਂ ਉਤਰੇ, 2-3 ਸਟੈਪ ਲਏ, ਗੱਡੀ ਵਿੱਚ ਬੈਠੇ, ਚਿਹਰਾ ਢੱਕਿਆ ਸੀਗਾ, ਚਿੱਟੇ ਰੁਮਾਲ ਨਾਲ ਢੱਕਿਆ ਸੀਗਾ, ਚਿੱਟੇ ਕੁੜਤੇ ਪਜਾਮੇ ਵਿੱਚ। ਦੂਰ ਤੋਂ ਸੈਣੀ ਦੀ ਪਛਾਣ ਨਜ਼ਰ ਆਉਂਦੀ ਹੈ, ਸਫੇਦ ਬਾਲ। ਬਾਡੀ ਲੈਂਗੁਏਜ ਜਦੋਂ ਬੰਦਾ ਇਸ ਲਗਾਤਾਰ ਕੋਰਟ ਕਚਹਿਰੀਆਂ ਵਿੱਚ ਉਲਝਿਆ ਹੋਏ, ਲਗਾਤਾਰ ਸੈਣੀ ਨੂੰ ਪਤਾ ਹੈ, ਖੁਦ ਸੈਣੀ ਇੱਕ DGP ਵਰਗੇ ਰੈਂਕ ਸਾਰੀ ਸਰਵਿਸ ਕੀਤੀ ਪੂਰੀ ਜ਼ਿੰਦਗੀ 'ਚ, ਉਹਨਾਂ ਨੂੰ ਪਤਾ ਸਾਰੇ ਦਾਅ ਪੇਚ ਉਹਨਾਂ ਨੂੰ ਪਤਾ। ਲੇਕਿਨ ਜਿਹੜਾ ਕਾਨੂੰਨ ਟਾਈਮ ਦਾ ਕਾਨੂੰਨ ਹੈ, ਹੁਣ ਦਾ ਟਾਈਮ ਹੈ, ਉਹ ਟਾਈਮ ਉਹਨਾਂ ਦੇ ਫੇਵਰ ਵਿੱਚ ਨਹੀਂ ਹੈ। ਉਹ ਇੱਕ ਸ਼ਿਕੰਜੇ ਵਿੱਚ ਨੇ ਇਸ ਟਾਈਮ ਸਰਕਾਰ ਦੇ ਕਾਨੂੰਨ ਦੇ। ਕੋਰਟ ਵਿੱਚ ਕਚਹਿਰੀਆਂ ਵਿੱਚ ਲਗਾਤਾਰ ਚੱਕਰ ਐਪਲੀਕੇਸ਼ਨਾਂ ਦਾਖਲ ਨੇ। ਬਾਡੀ ਲੈਂਗੁਏਜ ਤਾਂ ਦੇਖੋ ਇਨਸਾਨ ਦੀ ਦੂਰੋਂ ਮੈਂ ਜਿੰਨਾ ਕਿ ਦੇਖਿਆ ਲੱਗਦਾ ਹੀ ਹੈ ਦੇਖ ਕੇ ਕਿ ਬੰਦਾ ਅੰਦਰੋਂ ਜ਼ਰੂਰ ਸੋਚਦਾ ਹੋਣਾ ਕਿ ਕਿਹੜਾ ਚਾਹੀਦਾ ਇਹ ਟਾਈਮ ਆ ਗਿਆ ਜਿਸ ਵਿਜੀਲੈਂਸ ਭਵਨ ਦਾ ਮੈਂ ਇੱਕ ਵਾਰ ਰਾਜ ਕੀਤਾ, ਉੱਥੋਂ ਹੀ ਮੈਨੂੰ ਅਰੈਸਟ ਰਹਿਣਾ ਪਿਆ ਸਾਈਦਾ, ਤਾਂ ਅੱਜ ਉੱਥੇ ਮੈਨੂੰ ਕੋਰਟ ਵਿੱਚ ਜਾਣਾ ਪੈ ਰਿਹਾ। ਜੀ ਉਮੇਸ਼, ਕੀ ਮੰਨਿਆ ਜਾਏ ਕਦੋਂ ਤੱਕ ਜਿਹੜਾ ਅਗਲਾ ਫੈਸਲਾ ਜਿਹੜਾ ਵਾ ਅਦਾਲਤ ਆ ਜਾਏਗਾ, ਕਦੋਂ ਤੱਕ ਇਹ ਪੇਸ਼ੀ ਜਿਹੜੀ ਹੈ ਮੁਕੰਮਲ ਹੋਵੇਗੀ? ਦੇਖੋ, ਟਾਈਮ ਲੱਗਦਾ ਕੋਰਟ ਵਿੱਚ। ਪਹਿਲਾਂ ਤਾਂ ਪੇਸ਼ ਕਰਕੇ ਰਿਮਾਂਡ ਮੰਗਿਆ ਜਾਏਗਾ। ਸਹਿਯੋਗੀ ਸਾਡੇ ਮਨੋਜ ਰਾਠੀ ਲਗਾਤਾਰ ਫੋਲੋ ਕਰ ਰਹੇ ਨੇ ਕਿੰਨੀ ਦੇਰ ਦਾ ਰਿਮਾਂਡ ਮਿਲਦਾ। ਕੋਰਟ ਮੋਹਾਲੀ ਕੋਰਟ ਕੀ ਉਹਨਾਂ ਨੂੰ ਕਿੰਨੇ ਦਿਨ ਦਾ ਰਿਮਾਂਡ ਦਿੰਦਾ, ਵਿਜੀਲੈਂਸ ਨੂੰ ਹਾਈ ਕੋਰਟ ਵਿੱਚ ਕੀ 3 ਵਜੇ ਫਿਰ ਕੇ ਸ਼ੁਰੂ ਹੋਣਾ ਹਾਈ ਕੋਰਟ ਵਿੱਚ, ਉਹ ਉੱਥੋਂ ਕੀ ਰਹਿੰਦਾ ਹੈ। ਬੜੀ ਚੀਜ਼ਾਂ ਨੇ। ਅੱਜ ਕਾਫੀ ਗਹਿਮਾ ਗਹਿਮੀ ਵਾਲਾ ਦਿਨ ਹੈ ਸੈਣੀ ਦੇ ਲਈ ਔਰ ਪੂਰੀ ਨਜ਼ਰ ਸਾਡੀ ਬਣੀ ਹੋਈ ਹੈ, ਕਿਉਂਕਿ ਇੱਕ ਅੱਧੇ ਘੰਟੇ ਵਿੱਚ ਮੋਹਾਲੀ ਕੋਰਟ ਦਾ ਥੋੜੀ ਦੇਰ ਵਿੱਚ ਡਿਸੀਜਨ ਆ ਜਾਏਗਾ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ। ਫਿਰ ਹਾਈ ਕੋਰਟ 3 ਵਜੇ ਕੇਸ ਹੈ, ਉੱਥੋਂ ਕੀ ਬਣਦਾ ਹੈ। ਕੁੱਲ ਮਿਲਾ ਕੇ ਕਾਫੀ ਚੀਜ਼ਾਂ ਅੱਜ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਰਹੇਗਾ। ਉਮੇਸ਼, ਜੇਕਰ ਰਿਮਾਂਡ ਮਿਲਦਾ ਹੈ ਵਿਜੀਲੈਂਸ ਨੂੰ, ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜਿਹੜਾ ਵਾ ਪਟੀਸ਼ਨ ਤੇ ਜਿਹੜੀ ਸੁਣਵਾਈ ਹੋ ਰਹੀ ਹੈ, ਕਿ ਰਿਮਾਂਡ ਮਿਲਣ ਤੋਂ ਬਾਅਦ ਚ ਕਿਸੇ ਤਰ੍ਹਾਂ ਦੀ ਕੋਈ ਰਾਹਤ ਕੋਈ ਮੰਨੀ ਜਾ ਸਕਦੀ ਹੈ ਸਮੇਤ ਸੈਣੀ ਦੇ ਲਈ? ਹਾਈ ਕੋਰਟ ਤੋਂ ਕੁਝ ਇਸ ਤਰ੍ਹਾਂ ਦਾ ਕੁਝ ਫੈਸਲਾ ਵੀ ਆ ਸਕਦਾ ਹੈ? ਦੇਖੋ, ਸਭ ਤੋਂ ਵੱਡੀ ਕੋਰਟ ਹਾਈ ਕੋਰਟ ਹੈ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ। ਜੇ ਹਾਈ ਕੋਰਟ ਦਾ ਡਿਸੀਜਨ ਹੈ ਨੈਚੁਰਲੀ ਉਹ ਫॉलो ਕਰਨਾ ਪੈਣਾ ਔਰ ਲੇਕਿਨ ਦੇਖਣਾ ਹੋਏਗਾ ਕਿ ਰਿਮਾਂਡ ਤੋਂ ਬਾਅਦ ਕਿੱਦਾਂ ਦਾ ਪ੍ਰੋਸੀਜਰ ਆਉਂਦਾ ਜਾਂ ਹਾਈ ਕੋਰਟ ਵਿੱਚ ਅੱਜ ਕੋਈ ਫੈਸਲਾ ਹੈ ਜਾਂ ਸੈਣੀ ਦੇ ਫੇਵਰ ਜਾਂਦਾ ਨਹੀਂ ਆਉਂਦਾ। ਉਹ ਸਾਰੀ ਚੀਜ਼ਾਂ ਤੇ ਨਜ਼ਰ ਰੱਖਾਂਗੇ ਆਪਾਂ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰਿਮਾਂਡ ਮਿਲਣ ਤੋਂ ਬਾਅਦ ਜੇ ਹਾਈ ਕੋਰਟ ਦੇ ਵੱਲੋਂ ਕੁਝ ਰਿਲੀਫ ਆਉਂਦਾ ਤਾਂ ਨੈਚੁਰਲੀ ਹਾਈ ਕੋਰਟ ਵੱਡੀ ਅਦਾਲਤ ਹੈ, ਪੰਜਾਬ ਹਰਿਆਣਾ ਦੇ ਸਾਰੇ ਕੋਰਟ ਉਹਨਾਂ ਦੇ ਅੰਡਰ ਨੇ ਜੀ। ਕੋਰਟ ਦਾ ਹੀ ਫੈਸਲਾ ਜਿਹੜਾ ਅੱਗੇ ਉਹ ਕੈਰੀ ਕਰੇਗੀ। ਠੀਕ ਹੈ ਉਮੇਸ਼, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ।